ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 278 ਤੇ ਜੋ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਹੈ ਉਸ ਨੂੰ ਕੰਟੀਨਿਊ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਸ਼ੁੱਧ ਬਾਣੀ ਪੜਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। जब लग जाने मुझते कछु होए तब इसको सुख नाही कोय। जब लग जाने मुझते कछु होए, ਜਦੋਂ ਤੱਕ ਮਨੁੱਖ ਸਮਝਦਾ ਹੈ ਕਿ ਮੈਂ ਹੀ ਕੁਝ ਕਰ ਸਕਦਾ ਹਾਂ। ਜਬ ਲਗ ਜਾਣੇ, ਉਸਨੂੰ ਇਹੀ ਲੱਗਦਾ ਹੈ ਕਿ ਜੋ ਕੁਝ ਕਰ ਰਿਹਾ ਮੈਂ ਹੀ ਕਰ ਰਿਹਾ ਹਾਂ। ਭਾਵ ਕਿ ਮੇਰੇ ਕਰਕੇ ਹੀ ਸਭ ਕੁਝ ਹੋ ਰਿਹਾ ਹੈ। ਜੋ ਵੀ ਉਹ ਪਲੈਨਿੰਗ ਕਰ ਰਿਹਾ ਹੈ ਵਰਤਮਾਨ ਦੀ ਜਾਂ ਪਾਸਟ ਦੀ, ਜੋ ਉਸਨੇ ਪਲੈਨਿੰਗ ਕੀਤੀ ਜਾਂ ਫਿਊਚਰ ਦੀ ਜੋ ਵੀ ਉਹ ਪਲੈਨਿੰਗ ਕਰੇਗਾ, ਉਸਨੂੰ ਲੱਗਦਾ ਹੈ ਕਿ ਮੇਰੇ ਕਰਕੇ ਹੀ ਸਭ ਕੁਝ ਹੋ ਰਿਹਾ ਹੈ। ਤਬ ਇਸਕੋ ਸੁਖ ਨਾਹੀ ਕੋਈ, ਤਦੋਂ ਤੱਕ ਇਸ ਨੂੰ ਸੁੱਖ ਨਸੀਬ ਨਹੀਂ ਹੁੰਦਾ। ਜਦੋਂ ਤੱਕ ਇਹ ਮੈਂ ਦੀ ਭਾਵਨਾ ਉਹਦੇ ਵਿੱਚ ਰਹਿੰਦੀ ਹੈ ਮਨੁੱਖ ਵਿੱਚ, ਉਦੋਂ ਤੱਕ ਇਹ ਉਸਨੂੰ ਕਿਸੇ ਤਰ੍ਹਾਂ ਦਾ ਸੁੱਖ ਮਹਿਸੂਸ ਨਹੀਂ ਹੁੰਦਾ, ਸੁੱਖ ਨਸੀਬ ਨਹੀਂ ਹੁੰਦਾ। ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਇਹ ਮੰਨਦਾ ਹੈ ਕਿ ਮੈਂ ਹੀ ਕੁਝ ਕਰਨ ਵਾਲਾ ਹਾਂ, ਜਬ ਇਹ ਜਾਣੇ ਮੈਂ ਕੁਝ ਕਰਤਾ, ਕਿ ਮੈਂ ਹੀ ਹਾਂ ਜੋ ਕਰਨ ਵਾਲਾ ਹਾਂ, ਤਬ ਲਗ ਗਰਭ ਜੋਨ ਮੈਂ ਫਿਰਤਾ, ਤਦੋਂ ਤੱਕ ਇਹ ਗਰਭ ਜੂਨਾਂ ਵਿੱਚ ਹੀ ਘੁੰਮਦਾ ਫਿਰਦਾ ਹੈ। ਗਰਭ ਜੋਨ ਮੈਂ ਫਿਰਦਾ ਮਤਲਬ ਕਿ ਤਦ ਤੱਕ ਇਹ ਜੰਮਣ ਮਰਨ ਦੇ ਚੱਕਰ ਦੀ ਗੇੜ ਵਿੱਚ ਪਿਆ ਹੀ ਰਹਿੰਦਾ ਹੈ। ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਤੱਕ ਇਹ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਦੋਸਤ ਮੰਨਦਾ ਹੈ, ਤਾਰੇ ਮੰਨਦਾ ਹੈ, ਕੋ ਬੈਰੀ ਕਿ ਕੋਈ ਇਸਦਾ ਇਹ ਵੈਰੀ ਹੈ, ਮੀਤ ਕੋਈ ਇਸਦਾ ਇਹ ਦੋਸਤ ਹੈ, ਤਬ ਲਗ ਨਿਹਚਲ ਨਾਹੀ ਚੀਤ, ਤਦੋਂ ਤੱਕ ਉਸਦਾ ਚਿੱਤ, ਤਬ ਲਗ ਨਿਹਚਲ ਨਾਹੀ ਚੀਤ, ਚੀਤ ਉਸਦਾ ਮਨ, ਨਿਹਚਲ ਟਿਕਾਣੇ ਨਹੀਂ ਰਹਿੰਦਾ, ਤਦ ਤੱਕ ਉਸਦਾ ਮਨ ਜਿਹੜਾ ਉਹ ਟਿਕਾਣੇ ਹੀ ਨਹੀਂ ਰਹਿੰਦਾ। ਉਸਦਾ ਮਨ ਜਿਹੜਾ ਹੈ ਇਹ ਵਿਕਾਰਾਂ ਵੱਲ ਦੌੜਦਾ ਫਿਰਦਾ ਹੈ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਜਬ ਲਗ ਮੋਹ ਮਗਨ ਰਹਿੰਦਾ ਹੈ, ਜਬ ਲਗ ਮੋਹ ਮਗਨ ਸੰਗ ਮਾਏ ਮਾਇਆ, ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ ਹੈ, ਤਬ ਲਗ ਧਰਮ ਰਾਏ ਦੇ ਸਜਾਏ, ਧਰਮ ਰਾਜ ਇਸ ਨੂੰ ਉਦੋਂ ਤੱਕ ਸਜ਼ਾ ਦਿੰਦਾ ਰਹਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਤੇ ਇਹ ਸਭ ਕੁਝ ਮਾਇਆ ਦੇ ਜਿਹੜੇ ਬੰਧਨ ਹਨ ਇਹ ਕਦੋਂ ਟੁੱਟ ਸਕਦੇ ਹਨ? ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ। ਪ੍ਰਭੂ ਦੀ ਕਿਰਪਾ ਨਾਲ ਇਹ ਸਾਰੇ ਬੰਧਨ ਟੁੱਟਦੇ ਹਨ। ਗੁਰ ਪ੍ਰਸਾਦ ਨਾਨਕ ਹੋ ਛੂਟੇ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰ ਪ੍ਰਸਾਦ, ਗੁਰੂ ਦੀ ਮਿਹਰ ਨਾਲ ਹੀ ਨਾਨਕ ਹੋ ਛੂਟੇ, ਹੋ ਹੰਕਾਰ ਛੁੱਟਦਾ ਹੈ। ਸਹਿਸ ਖਟੇ ਲੱਖੋ ਉਠਤਾਵੇ। ਸਹਿਸ ਹੁੰਦਾ ਹਜ਼ਾਰਾਂ ਰੁਪਏ, ਹਜ਼ਾਰ, ਖਟੇ ਕਮਾਉਂਦਾ ਹੈ, ਸਹਿਸ ਖਟੇ ਹਜ਼ਾਰਾਂ ਰੁਪਏ ਇਹ ਕਮਾ ਲੈਂਦਾ ਹੈ। ਮਨੁੱਖ ਹਜ਼ਾਰਾਂ ਰੁਪਏ ਕਮਾ ਲੈਂਦਾ। ਲੱਖ ਕੋ ਉਠਤਾਵੇ, ਲੱਖ ਹਜ਼ਾਰਾਂ ਰੁਪਏ ਕਮਾਉਂਦਾ ਹੈ ਪਰ ਲੱਖਾਂ ਵਾਸਤੇ ਦੌੜਦਾ ਫਿਰਦਾ ਹੈ ਕਿ ਹਜ਼ਾਰ ਕਮਾ ਲਏ, ਹੁਣ ਮੈਂ ਲੱਖ ਕਮਾਣੇ ਹਨ। ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤ ਨਾ ਆਵੇ, ਜਿੰਨਾ ਮਰਜ਼ੀ ਕਮਾ ਲੈਂਦਾ ਹੈ ਪਰ ਮਨੁੱਖ ਨੂੰ ਰੱਜ ਨਹੀਂ ਆਉਂਦਾ, ਇਸ ਨੂੰ ਰੱਜ ਨਹੀਂ ਆਉਂਦਾ। ਰੁਪਏ ਪੈਸੇ ਜਮ੍ਹਾਂ ਕਰੀ ਜਾਂਦਾ ਹੈ, ਇਹ ਹਰ ਟਾਈਮ ਇਹ ਮਾਇਆ ਦੇ ਪਿੱਛੇ ਦੌੜਦਾ ਹੀ ਰਹਿੰਦਾ ਹੈ। ਇਹਨਾਂ ਅਸ਼ਟਪਦੀਆਂ ਦੀ ਇਹ ਲਾਈਨਾਂ ਜਿਹੜੀਆਂ ਇਸ ਨੂੰ ਵਿਆਖਿਆ ਕਰਦੀ ਇੱਕ ਸਾਖੀ ਹੈ ਸਿਕੰਦਰ ਬਾਦਸ਼ਾਹ ਦੀ, ਕਿ ਇੱਕ ਸਮੇਂ ਸਿਕੰਦਰ ਬਾਦਸ਼ਾਹ ਦੇ ਮਨ ਵਿੱਚ ਆਈ ਕਿ ਮੈਂ ਤਾਂ ਬਾਦਸ਼ਾਹ ਹਾਂ ਤੇ ਸਮੁੰਦਰ ਵੀ ਇੱਕ ਬਾਦਸ਼ਾਹ ਖਵਾਉਂਦਾ ਹੈ। ਸਮੁੰਦਰ ਸਾਰੇ ਨਦੀਆਂ ਦਾ ਸਾਰਾ ਬਾਦਸ਼ਾਹ ਹੈ, ਪਰ ਇਸ ਨੂੰ ਵੀ ਪਰ ਇਹ ਨਹੀਂ ਹੋਣਾ ਚਾਹੀਦਾ, ਇਸ ਨੂੰ ਮੇਰੇ ਅਧੀਨ ਹੋਣਾ ਚਾਹੀਦਾ, ਮੇਰੇ ਅੰਡਰ ਹੋਣਾ ਚਾਹੀਦਾ ਹੈ। ਤਾਂ ਸਿਕੰਦਰ ਬਾਦਸ਼ਾਹ ਨੇ ਸਮੁੰਦਰ ਦੇ ਨਾਲ ਜੰਗ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ। ਬਹੁਤ ਸਾਰੀਆਂ ਫੌਜਾਂ ਸਮੁੰਦਰ 'ਤੇ ਜਾ ਖੜੀਆਂ ਹੋਈਆਂ ਤੇ ਆਪਣਾ ਤੀਰ ਕਮਾਨ ਲੈ ਕੇ ਉਹ ਉੱਥੇ ਖੜਾ ਹੋ ਗਿਆ ਤੇ ਸਮੁੰਦਰ ਬ੍ਰਾਹਮਣ ਦਾ ਰੂਪ ਧਾਰ ਕੇ ਪਾਸ ਆ ਖੜੋਤਾ ਤੇ ਸਿਕੰਦਰ ਤੋਂ ਪੁੱਛਿਆ ਕੀ ਕਾਰਨ ਹੈ, ਇੱਥੇ ਫੌਜਾਂ ਕਿਉਂ ਲਿਆ ਖੜੀਆਂ ਕੀਤੀਆਂ ਹਨ? ਤਾਂ ਸਿਕੰਦਰ ਨੇ ਕਿਹਾ
ਮੈਂ ਦੁਨੀਆ ਦਾ ਬਾਦਸ਼ਾਹ ਹਾਂ ਤੇ ਤੂੰ ਨਦੀਆਂ ਦਾ ਬਾਦਸ਼ਾਹ ਹੈ। ਇਸ ਕਰਕੇ ਮੈਂ ਤੇਰੇ ਨਾਲ ਜੰਗ ਕਰਨਾ ਚਾਹੁੰਦਾ ਹਾਂ ਕਿ ਦੋ ਬਾਦਸ਼ਾਹ ਨਹੀਂ ਹੋ ਸਕਦੇ, ਕਿ ਤੈਨੂੰ ਹਰਾ ਕੇ ਮੈਂ ਆਪਣੇ ਅਧੀਨ ਕਰਨਾ ਚਾਹੁੰਦਾ ਹਾਂ। ਸਮੁੰਦਰ ਨੇ ਆਖਿਆ, ਜੰਗ ਕਰਨ ਦੀ ਕੋਈ ਲੋੜ ਨਹੀਂ, ਐਵੇਂ ਪ੍ਰਜਾ ਦੀ ਤਬਾਹੀ ਹੋਏਗੀ। ਜਿਵੇਂ ਤੂੰ ਆਖਦਾ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਸਿਕੰਦਰ ਨੇ ਕਿਹਾ, ਤਾਂ ਤੂੰ ਫਿਰ ਮੇਰੇ ਪਾਸ ਮਾਮਲਾ ਭਰਿਆ ਕਰ। ਮਾਮਲਾ ਮਤਲਬ ਟੈਕਸ, ਜਿਵੇਂ ਉਸ ਜ਼ਮਾਨੇ ਵਿੱਚ ਕੁਛ ਆਪਣੀ ਪੈਸੇ ਰਾਜੇ ਨੂੰ ਦਿੰਦੇ ਸਨ, ਕੁਛ ਹਿੱਸਾ ਆਪਣੇ ਪੈਸਿਆਂ ਦਾ, ਉਹੀ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਟੈਕਸ ਦਿੰਦੇ ਹਾਂ, ਕਿ ਤੂੰ ਮੇਰੇ ਕੋਲ ਮਾਮਲਾ ਭਰਿਆ ਕਰ। ਸਮੁੰਦਰ ਨੇ ਉਸੇ ਵੇਲੇ ਨਿੱਕੀ ਜਿਹੀ ਥਾਲੀ ਹੀਰੇ ਰਤਨਾਂ ਦੀ ਭਰ ਕੇ ਅੱਗੇ ਲਿਆ ਰੱਖੀ ਤਾਂ ਸਿਕੰਦਰ ਖੁਸ਼ ਹੋ ਕੇ ਚਲਾ ਗਿਆ। ਕੁਛ ਚਿਰ ਪਿੱਛੋਂ ਸਿਕੰਦਰ ਨੂੰ ਖਿਆਲ ਆਇਆ ਕਿ ਮੈਂ ਤਾਂ ਐਡਾ ਵੱਡਾ ਬਾਦਸ਼ਾਹ ਹਾਂ ਅਤੇ ਇਸਨੇ ਮੈਨੂੰ ਨਿੱਕੀ ਜਿਹੀ ਥਾਲੀ ਮੇਰੇ ਅੱਗੇ ਰੱਖ ਕੇ ਮੇਰਾ ਤਾਂ ਮਜ਼ਾਕ ਕੀਤਾ ਹੈ, ਮੇਰਾ ਮਖੌਲ ਉਡਾਇਆ ਹੈ। ਉਹ ਫਿਰ ਤੀਰ ਕਮਾਨ ਲੈ ਕੇ ਸਮੁੰਦਰ ਦੇ ਨਾਲ ਲੜਨ ਚਲਾ ਗਿਆ। ਸਮੁੰਦਰ ਫਿਰ ਬ੍ਰਾਹਮਣ ਦਾ ਰੂਪ ਧਾਰ ਕੇ ਆ ਗਿਆ ਅਤੇ ਪੁੱਛਿਆ, ਹੁਣ ਕੀ ਗੱਲ ਹੈ? ਸਿਕੰਦਰ ਨੇ ਕਿਹਾ ਕਿ ਤੂੰ ਨਿੱਕੀ ਜਿਹੀ ਥਾਲੀ ਦੇ ਕੇ ਮੇਰਾ ਮਖੌਲ ਕੀਤਾ ਹੈ। ਉਸਨੇ ਉਸੇ ਵੇਲੇ ਸਮੁੰਦਰ ਨੇ ਜੋ ਸਮੁੰਦਰ ਹੈ ਬ੍ਰਾਹਮਣ ਦਾ ਰੂਪ ਧਾਰ ਕੇ ਆਇਆ ਸੀ, ਉਸਨੇ ਉਸੇ ਟਾਈਮ ਸਮੁੰਦਰ 'ਚ ਛਾਲ ਮਾਰਤੀ ਅਤੇ ਸਮੁੰਦਰ ਦਾ ਜਿੰਨਾ ਵੀ ਕਿਨਾਰਾ ਸਾਰੇ ਹੀਰਿਆਂ ਨਾਲ ਭਰ ਦਿੱਤਾ। ਬਾਦਸ਼ਾਹ ਨੇ ਸਾਰੀ ਫੌਜ ਨੂੰ ਹੁਕਮ ਦਿੱਤਾ ਕਿ ਜਿੰਨੇ ਕੁ ਚੁੱਕੇ ਜਾਂਦੇ ਚੁੱਕ ਲਓ ਅਤੇ ਥੈਲੇ ਭਰ ਲਓ। ਸਾਰਿਆਂ ਨੇ ਥੈਲੇ ਭਰ ਲਿੱਤੇ, ਪਰ ਉਹ ਹੀਰੇ ਮੁੱਕਣ ਵਿੱਚ ਨਹੀਂ ਆਏ। ਫਿਰ ਸਿਕੰਦਰ ਬਾਦਸ਼ਾਹ ਨੇ ਕਿਹਾ ਕਿ ਇਹ ਹੀਰੇ ਲਾਲਾ ਨੂੰ ਪਾਉਣ ਵਾਸਤੇ ਕੋਈ ਭਾਂਡਾ ਵੀ ਦੇ। ਤਾਂ ਉਸੇ ਵੇਲੇ ਉਸ ਸਮੁੰਦਰ ਨੇ ਇੱਕ ਨਿੱਕੀ ਜਿਹੀ ਬੇੜੀ ਦਿੱਤੀ ਤਾਂ ਸਿਕੰਦਰ ਨੇ ਕਿਹਾ, ਇਹ ਬੇੜੀ ਤਾਂ ਬਹੁਤ ਨਿੱਕੀ ਹੈ, ਇਸ ਵਿੱਚ ਕਿਸ ਤਰ੍ਹਾਂ ਆਉਣਗੇ ਸਾਰੇ ਹੀਰੇ? ਫਿਰ ਸਿਕੰਦਰ ਬਾਦਸ਼ਾਹ ਨੇ ਕਿਹਾ ਕਿ ਉਹ ਸਮੁੰਦਰ ਨੇ ਕਿਹਾ, ਤੂੰ ਵੇਖ ਤਾਂ ਸਹੀ ਪਾ ਕੇ, ਅਗਰ ਤੂੰ 5 ਟੋਕਰੀਆਂ ਪਾਏਗਾ ਤਾਂ ਤੇਰੀ 10 ਦੀ ਜਗ੍ਹਾ ਬਣ ਜਾਏਗੀ, ਅਤੇ 10 ਪਾਏਗਾ ਤਾਂ 20 ਦੀ ਜਗ੍ਹਾ ਬਣ ਜਾਏਗੀ। ਪਰ ਸਿਕੰਦਰ ਨੇ ਕਿਹਾ, ਉਹ ਸਾਰੇ ਪਾ ਦਿੱਤੇ ਹੀਰੇ, ਪਰ ਫਿਰ ਵੀ ਉਹ ਬੇੜੀ ਭਰਨ ਵਿੱਚ ਨਹੀਂ ਆਈ। ਬਸ ਇਸ ਸਾਖੀ ਨੂੰ ਇਹ ਸਾਖੀ ਇਹ ਦਰਸਾਉਂਦੀ ਹੈ ਕਿ ਜਿਸ ਤਰ੍ਹਾਂ ਕਿ ਉਹ ਬੇੜੀ ਦਾ ਪੇਟ ਨਹੀਂ ਭਰ ਰਿਹਾ, ਅਤੇ ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਹੈ, ਜੋ ਤ੍ਰਿਸ਼ਨਾ ਨਾਲ ਗ੍ਰਸਤ ਪੁਰਸ਼ ਹੈ, ਉਸ ਦਾ ਪੇਟ ਵੀ ਨਹੀਂ ਭਰ ਸਕਦਾ। ਜਿਵੇਂ ਬੇੜੀ ਦਾ ਅਤੇ ਸਿਕੰਦਰ ਦਾ ਪੇਟ ਨਹੀਂ ਭਰਿਆ, ਉਸੇ ਤਰ੍ਹਾਂ ਹੀ ਇਹ ਜੋ ਮਾਇਆ ਦੇ ਲੋਭੀ ਮਨੁੱਖ ਹਨ, ਉਹਨਾਂ ਦਾ ਪੇਟ ਵੀ ਨਹੀਂ ਭਰ ਸਕਦਾ। ਉਹ ਸਹਿਜ ਖਟੇ ਲੱਖ ਕੋਟ ਧਾਵੇ, ਉਹ ਹਜ਼ਾਰਾਂ ਕਮਾਉਂਦੇ ਹਨ ਪਰ ਲੱਖਾਂ ਦੇ ਪਿੱਛੇ ਦੌੜਦੇ ਹਨ, ਪਰ ਤ੍ਰਿਪਤ ਨਾ ਆਵੇ ਮਾਇਆ, ਪਰ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਜਿਵੇਂ ਕਿ ਇਸ ਸਾਹਿਬ ਕਹਿੰਦੇ ਹਨ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ, ਕਿ ਤ੍ਰਿਸ਼ਨਾ ਕਿਸੇ ਵਿਰਲੇ ਮਨੁੱਖ ਦੀ ਹੀ ਬੁਝ ਸਕਦੀ ਹੈ। ਕਿ ਮਨੁੱਖ ਕਰੋੜਾਂ ਰੁਪਏ ਕਮਾਉਂਦਾ ਹੈ, ਹੋਰ ਲੱਖਾਂ ਜੋੜਦਾ ਹੈ, ਪਰ ਫਿਰ ਵੀ ਇਸ ਨੂੰ ਕਮਾਉਣ ਵਿੱਚ ਹੀ ਫਸਿਆ ਹੋਇਆ ਹੈ, ਮਾਇਆ ਦੇ ਚੱਕਰ ਵਿੱਚ ਹੀ ਫਸਿਆ ਹੋਇਆ ਹੈ।